ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਮੇਰੇ ਮਨ, ਉਸ ਪਰਮਾਤਮਾ ਦੇ ਨਾਮ ਦਾ ਜਸ ਕਰ। ਹਰ ਜਸ ਰੇ ਮਨਾ, ਹੇ ਮੇਰੇ ਮਨ, ਹਰੀ ਦਾ ਜਸ ਗਾਏ ਲੈ। ਹਰੀ ਦੇ ਨਾਮ ਦਾ ਜਸ ਕਰ, ਉਹਦੇ ਜਸ ਨੂੰ ਗਾ। ਕਿਉਂ? ਕਿਉਂਕਿ ਜੋ ਸੰਗੀ ਹੈ ਤੇਰੋ, ਜਿਹੜਾ ਤੇਰੇ ਨਾਲ ਨਿਭਣ ਵਾਲਾ ਹੈ, ਤੇਰਾ ਸਾਥੀ ਹੈ। ਸੰਸਾਰ ਦੇ ਉੱਤੇ, ਜਗਤ ਦੇ ਅੰਦਰ ਜਦੋਂ ਅਸੀਂ ਵਿਚਰਦੇ ਹਾਂ ਨਾ, ਤੇ ਅਸਲ ਵਿੱਚ ਸਾਡੀ ਅਵਸਥਾ ਇਹ ਬਣ ਗਈ ਹੈ ਕਿ ਅਸੀਂ ਜਿਹੜੇ ਸੰਗੀ ਸਾਥੀ ਨਹੀਂ ਸੀ, ਉਹਨਾਂ ਨੂੰ ਅਸਲ ਵਿੱਚ ਆਪਣੇ ਮਿੱਤਰ ਬਣਾ ਲਿਆ, ਸਮਝ ਲਿਆ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਪੂਰਬ ਜਨਮ ਕੇ ਮਿਲੇ ਸੰਜੋਗੀ। ਜਿਹੜੇ ਸੱਜਣ ਮਿੱਤਰ ਮਿਲੇ ਆ ਨਾ, ਜਿਹੜੇ ਘਰ ਪਰਿਵਾਰ ਮਿਲਿਆ, ਇਹ ਪੂਰਬਲੇ ਕਰਮਾਂ ਕਰਕੇ ਤੈਨੂੰ ਮਿਲਿਆ, ਪ੍ਰਾਪਤ ਹੋਇਆ। ਤੇਰੇ ਧੀਆਂ ਪੁੱਤਰ ਨੇ, ਤੇਰੇ ਮਾਪੇ ਨੇ, ਤੇਰੇ ਸੱਜਣ ਮਿੱਤਰ ਬਣੇ ਨੇ, ਸਨੇਹੀ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਪੂਰਬਲੇ ਕਰਮਾਂ ਕਰਕੇ ਆ, ਪਰ ਅੰਤੇ ਕੋ ਨਾ ਸਹਾਈ। ਅੰਤੇ ਕੌਣ ਹੈ? ਅੰਤ ਵੇਲੇ ਕਿੰਨੇ ਸੰਗ ਸਹਾਈ ਹੋਣਾ? ਉਹ ਹੈ ਪਰਮਾਤਮਾ ਦਾ ਨਾਮ, ਜਿਹਦੇ ਬਾਬਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਜਿਹੜਾ ਤੇਰੇ ਸੰਗ, ਤੇਰੇ ਸਾਥ ਨਿਭਣ ਵਾਲਾ ਹਰੀ ਦਾ ਜਸ ਹੈ, ਉਹਨੂੰ ਗਾ। ਗਾਉਣ ਦੇ ਨਾਲ ਕੀ ਪ੍ਰਾਪਤ ਹੋਵੇਗਾ? ਉਹਦਾ ਸਿਮਰਨ ਕਰਨ ਦੇ ਨਾਲ ਕੀ ਪ੍ਰਾਪਤ ਹੋਵੇਗਾ? ਉਹਦੀ ਬੰਦਗੀ ਕਰਨ ਦੇ ਨਾਲ ਕੀ ਪ੍ਰਾਪਤ ਹੋਵੇਗਾ? ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਕਿ ਫਿਰ ਜੇ ਤੂੰ ਉਹਦਾ ਸਿਮਰਨ ਕਰਨ ਲੱਗ ਪਿਆ, ਉਹਨੂੰ ਗਾਉਣ ਲੱਗ ਪਿਆ, ਤੇ ਤੈਨੂੰ ਸਦਾ ਸੁੱਖ ਪ੍ਰਾਪਤ ਹੋਣਗੇ। ਬੜੇ ਧਿਆਨ ਨਾਲ ਤੁਸੀਂ ਰੋਜ਼ਾਨਾ ਗੁਰੂ ਦੀ ਗੋਦ ਵਿੱਚ ਆਣ ਕੇ ਬੈਠ ਕੇ ਸੁਣਦੇ ਜੇ। ਕੁਝ ਘਰਾਂ 'ਚ ਬੈਠੇ ਲਾਈਵ ਵੀ ਕਥਾ ਸਰਵਣ ਕਰ ਰਹੇ ਨੇ। ਬੜੇ ਸੁਚੇਤ ਹੋ ਕੇ ਸੁਣਿਓ ਜੇ ਕਿ ਕੁਝ ਪਰਮਾਤਮਾ ਦਾ ਸਿਮਰਨ ਕਰਕੇ ਸੁੱਖ ਪ੍ਰਾਪਤ ਕਰਦੇ ਨੇ, ਤੇ ਕੁਝ ਜਿਹੜੇ ਨੇ ਉਹ ਸੰਸਾਰ ਦੇ ਵਿੱਚ ਆਪਣੇ ਧੀਆਂ ਪੁੱਤਰਾਂ ਦੇ ਕੋਲੋਂ ਸੁੱਖ ਲੋਚਦੇ ਨੇ। ਗੁਰੂ ਸਾਹਿਬ ਕਹਿੰਦੇ ਨਹੀਂ, ਅਸਲ ਵਿੱਚ ਜਿਹੜਾ ਸਦੀਵੀ ਸੁੱਖ ਹੈ ਪਰਮਾਤਮਾ ਦੇ ਸਿਮਰਨ ਵਿੱਚੋਂ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਸੁਖਮਣੀ, ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰਨ ਦੀ ਬਰਕਤ ਹੈ, ਪਰਮਾਤਮਾ ਨੂੰ ਯਾਦ ਕਰਨਾ। ਜੋ ਸੰਗੀ ਹੈ ਤੇਰੋ, ਹਰ ਜਸ ਰੇ ਮਨਾ ਗਾਏ ਲੈ। ਹਰੀ ਦੇ ਜਸ ਨੂੰ ਗਾਉਣਾ, ਸਿਮਰਨਾ, ਉਹਦੀ ਆਰਾਧਨਾ ਕਰਨੀ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਉਹਦੀ ਆਰਾਧਨਾ ਕਰਨ ਦੇ ਨਾਲ ਪ੍ਰਾਪਤ ਕੀ ਹੋਵੇਗਾ? ਸੁੱਖ। ਕਲ ਕਲੇਸ਼ ਤਨ ਮਾਹੇ ਮਿਟਾਵੋ। ਤੇਰੇ ਤਨ ਦੇ ਉੱਤੇ ਵੇਖੋ, ਇੱਕ ਤੇ ਮਨ ਦਾ ਰੋਗ, ਇੱਕ ਤਨ ਦਾ ਰੋਗ ਵੀ ਹੁੰਦਾ। ਡਾਕਟਰ ਦੇ ਕੋਲੋਂ ਚਲੇ ਜਾਈਏ ਨਾ, ਉਹ ਮਨ ਦਾ ਜਿਹੜਾ ਰੋਗ ਹੈ ਉਹ ਨਹੀਂ ਪਕੜ ਸਕਦਾ, ਤੇ ਤਨ ਦਾ ਪਕੜ ਸਕਦਾ। ਪਰ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਘਰ ਪਰਿਵਾਰ ਦੇ ਵਿੱਚ ਸੱਜਣ ਸਨੇਹੀਆਂ ਦੇ ਕੋਲ ਕਿ ਆਵਾਜ਼ ਆ ਜਾਂਦੀ ਹੈ ਕਿ ਭਾਈ ਹੁਣ ਡਾਕਟਰਾਂ ਨੇ ਜਵਾਬ ਦੇ ਦਿੱਤਾ। ਤੇ ਫਿਰ ਕੀ ਹੁੰਦਾ? ਫਿਰ ਅਸੀਂ ਆਸਰਾ ਤੱਕਦੇ ਹਾਂ ਗੁਰੂ ਦਾ। ਡਾਕਟਰ ਕੀ ਕਹਿੰਦਾ ਸਾਨੂੰ ਕਿ ਭਾਈ ਹੁਣ ਤੇ ਪਰਮਾਤਮਾ ਹੀ ਬਚਾਵੇ ਤਾਂ ਬਚ ਸਕਦਾ। ਇਹੀ ਗੱਲ ਹੈ ਨਾ, ਕਿਸੇ ਧਰਮ ਦਾ ਵੀ ਕੋਈ ਵੀ, ਇਹ ਨਹੀਂ ਕਿ ਸਿੱਖ ਧਰਮ ਦਾ ਹੀ ਪੁਰਸ਼ ਹੋਵੇ, ਸਿੱਖ ਧਰਮ ਦੇ ਵਿੱਚ ਹੀ ਜਨਮ ਲੈਣ ਵਾਲਾ ਆਦਮੀ ਹੋਵੇ, ਕਿਸੇ ਧਰਮ ਵਿੱਚ ਵੀ ਹੋਵੇ, ਅਖੀਰ ਉੱਤੇ ਫਿਰ ਜਦੋਂ ਡਾਕਟਰ ਜਵਾਬ ਦਿੰਦੇ ਆ ਨਾ ਇਸ ਤਨ ਨੂੰ ਵੀ, ਤੇ ਫਿਰ ਇੱਕੋ ਆਸਰਾ ਹੁੰਦਾ ਅੱਲਾ ਦਾ, ਰਾਮ ਦਾ, ਰਹੀਮ ਦਾ। ਕੋਈ ਕਿਸੇ ਪ੍ਰਕਾਰ ਵੀ ਨਾਂ ਲੈ ਲਵੇ, ਲੈਂਦੇ ਪਰਮਾਤਮਾ ਦਾ ਹੀ ਨਾਂ। ਤੇ ਅਖੀਰ ਉੱਤੇ ਇਹੀ ਕਹਿੰਦੇ ਨੇ ਕਿ ਭਾਈ ਤਨ ਦਾ ਰੋਗ ਜਿਹੜਾ ਨਾ, ਉਹ ਸਾਡੇ ਕੋਲੋਂ, ਸਾਡੇ ਵੱਸ ਤੋਂ ਬਾਹਰ ਹੋ ਗਿਆ, ਸਾਡੇ ਕੋਲੋਂ ਹੁਣ ਇਹਦਾ ਇਲਾਜ ਨਹੀਂ। ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਫਿਰ ਤੂੰ ਆ ਜਾ,
ਤੇ ਆ ਕੇ ਕਰਨਾ ਪਏਗਾ। ਜਿਸ ਤਰ੍ਹਾਂ ਡਾਕਟਰ ਤੈਨੂੰ ਦਵਾਈ ਦਿੰਦਾ ਨਾ, ਤੈਨੂੰ ਮੈਡੀਸਨ ਦਿੰਦਾ ਨਾ ਕਿ ਇਹਨੂੰ ਬੜੇ ਤਰੀਕੇ ਨਾਲ ਸਵੇਰੇ ਸ਼ਾਮ ਜਾਂ ਸਵੇਰੇ ਦੁਪਹਿਰੇ ਸ਼ਾਮ ਪ੍ਰਸ਼ਾਦੇ ਤੋਂ ਪਹਿਲਾਂ ਜਾਂ ਪ੍ਰਸ਼ਾਦੇ ਤੋਂ ਬਾਅਦ ਇਹ ਛਕਣੀ ਹੈ, ਖਾਣੀ ਹੈ, ਫਿਰ ਤੇਰਾ ਤਨ ਦਾ ਰੋਗ ਖਤਮ ਹੋ ਜਾਵੇਗਾ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਆ ਮੈਂ ਤੈਨੂੰ ਦੱਸਦਾ, ਤੇਰੇ ਤਨ ਦਾ ਰੋਗ ਗੁਰੂ ਤੇ ਤੇਰੇ ਮਨ ਦਾ ਰੋਗ ਵੀ ਕੱਟਣ ਨੂੰ ਬੈਠਾ। ਪਰ ਆ ਕੇ ਤੈਨੂੰ ਕਰਨਾ ਕੀ ਪਵੇਗਾ? ਸਿਮਰੋ ਸਿਮਰ ਸਿਮਰ ਸੁਖ ਪਾਉ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰਨਾ ਪਵੇਗਾ। ਸਿਮਰੋ ਜਾਸ ਬਿਸੰਪਰ ਏਕੈ, ਨਾਮ ਜਪਤ ਅਗਣਤ ਅਨੇਕੈ। ਬੜੇ ਪਿਆਰ ਵਾਲੇ ਸ਼ਬਦ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ। ਵੇਦ ਪੁਰਾਣ ਸਿਮਰਤ ਸੁਧਾਖਰ, ਕੀਨੇ ਰਾਮ ਨਾਮ ਇੱਕ ਆਖਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਇੱਕ ਕਿਨਕਾ ਮਾਤਰ ਵੀ ਤੇਰੇ ਅੰਦਰ ਵਸ ਜਾਏ ਨਾ ਪ੍ਰਮਾਤਮਾ ਦਾ ਨਾਮ, ਤੇ ਸੰਸਾਰ ਉੱਤੇ ਉਹਦੀ ਸ਼ੋਭਾ ਆਉਣ ਲੱਗ ਪੈਂਦੀ ਹੈ। ਤੁਸੀਂ ਦੇਖਦੇ ਹੋਵੋਗੇ ਕਈ ਨਾਮ ਜਪਣ ਵਾਲੇ, ਨਾਮ ਦੀ ਆਰਾਧਨਾ ਕਰਨ ਵਾਲੇ ਲੋਕ, ਉਹਨਾਂ ਦੀ ਸ਼ੋਭਾ ਕਰਦੇ ਨੇ ਕਿ ਭਾਈ ਇਹ ਬੜਾ ਬੰਦਗੀ ਵਾਲਾ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਇਹ ਸੱਜਣਾ, ਇਸ ਸੰਸਾਰ ਦੇ ਉੱਤੇ ਪ੍ਰਮਾਤਮਾ ਦਾ ਨਾਮ ਹੀ ਤੇਰਾ ਸੰਗੀ ਹੈ। ਪਰਿਵਾਰਕ ਰਿਸ਼ਤੇਦਾਰ ਜਿੱਥੇ ਸਭੋ ਭੱਜੇ ਆਸਰਾ, ਚੁੱਕੈ ਸਭ ਅਸਰਾਓ। ਅਸੀਂ ਬਾਣੀ ਪੜ੍ਹਦੇ ਹਾਂ ਨਾ, ਗੁਰੂ ਸਾਹਿਬ ਕਹਿੰਦੇ ਨੇ ਜਿੱਥੇ ਸਾਰੇ ਆਸਰੇ ਟੁੱਟ ਜਾਣ, ਨਿਕਲ ਜਾਣ, ਸਭੋ ਭੱਜੇ ਆਸਰਾ ਸਭੋ ਭੱਜੇ ਆਸਰਾ, ਚੁੱਕੈ ਸਭ ਅਸਰਾਓ। ਜਦੋਂ ਆਸਰੇ ਖਤਮ ਹੋ ਜਾਣ, ਟੁੱਟ ਜਾਣ, ਲੋਕ ਛੱਡ ਜਾਣ ਤੈਨੂੰ ਕਿ ਨਹੀਂ ਪਈ ਹੁਣ ਇਹਦਾ ਕੋਈ ਨਹੀਂ ਬਣਨ ਵਾਲਾ, ਹੁਣ ਤੇ ਡਾਕਟਰਾਂ ਵੀ ਜਵਾਬ ਦੇ ਦਿੱਤਾ, ਫਿਰ ਅਰਦਾਸਾਂ ਕਰਦੇ ਆਣ ਕੇ ਅਸੀਂ ਪਾਤਸ਼ਾਹ ਇਹਦਾ ਸਰੀਰ, ਇਹਦੀ ਮੁਕਤੀ ਹੋ ਜਾਵੇ, ਹੁਣ ਇਹ ਸਰੀਰ ਛੱਡ ਦੇਵੇ। ਕਈ ਵਾਰ ਦੇਖਿਆ ਹੋਵੇਗਾ ਤੁਸੀਂ ਸਾਰੇ, ਅਸੀਂ ਸਾਰੇ ਸੰਸਾਰੀ ਹਾਂ, ਕਈਆਂ ਦੇ ਜ਼ਬਾਨਾਂ ਦੇ ਉੱਤੋਂ ਇਹਨਾਂ ਕੰਨਾਂ ਦੇ ਨਾਲ ਆਵਾਜ਼ ਸੁਣੀ ਹੈ ਕਿ ਭਾਈ ਹੁਣ ਤੇ ਇਹਦੀ ਦੇਹ ਜਿਹੜੀ ਆ ਨਾ, ਇਹਦੀ ਸੇਵਾ ਬੜੀ ਮੁਸ਼ਕਲ ਆ, ਹੁਣ ਇਹ ਕਿਤੇ ਸਰੀਰ ਤਿਆਗ ਦੇਵੇ ਨਾ, ਇਹਦਾ ਛੁਟਕਾਰਾ ਹੋ ਜਾਵੇ। ਤੇ ਗੁਰੂ ਸਾਹਿਬ ਪਤਾ ਕੀ ਕਹਿੰਦੇ ਨੇ? ਕਹਿੰਦੇ ਜਦੋਂ ਫਿਰ ਸਾਰੇ ਆਸਰੇ ਖਤਮ ਹੋ ਜਾਣ ਨਾ, ਸਭੋ ਭੱਜੇ ਆਸਰਾ, ਚੁੱਕੈ ਸਭ ਅਸਰਾਓ। ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਲੱਗੇ ਨਾ ਤੱਤੀ ਵਾਓ। ਜੇ ਕਿਤੇ ਉਹ ਤੇਰੇ ਚੇਤੇ ਵਿੱਚ ਆ ਜਾਵੇ, ਫਿਰ ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਫਿਰ ਤੇਰੇ ਤਨ ਦੇ ਸਾਰੇ ਰੋਗ ਜਿਹੜੇ ਨੇ ਉਹ ਨਾਸ ਹੋ ਜਾਂਦੇ ਨੇ। ਫਿਰ ਜਿਹੜਾ ਤੇਰੇ ਤਨ ਦੇ ਉੱਤੇ ਚੰਬੜਿਆ ਹੋਇਆ ਕੂੜ ਉਹ ਨਸ਼ਟ ਹੋ ਜਾਂਦਾ ਹੈ। ਫਿਰ ਤੇ ਇਸ ਸੰਸਾਰ ਦੇ ਉੱਤੇ ਉਹ ਪਰਮਾਤਮਾ ਤੇਰੇ ਦੁੱਖਾਂ ਦਾ ਦਾਰੂ ਬਣ ਜਾਂਦਾ। ਉਹ ਪ੍ਰਮਾਤਮਾ ਦਾ ਨਾਮ ਤੇਰੇ ਦੁੱਖਾਂ ਦਾ ਦਾਰੂ ਬਣ ਜਾਂਦਾ। ਫਿਰ ਮੈਂ ਬੇਨਤੀ ਕਰਾਂ, ਕਿਉਂਕਿ ਅਸੀਂ ਬੜੇ ਭੁਲੱਕੜ ਹਾਂ, ਭੁੱਲ ਜਾਂਦੇ ਹਾਂ। ਜਦੋਂ ਅਸੀਂ ਸੰਸਾਰੀ ਲੋਕਾਂ ਦਾ ਆਸਰਾ ਤੱਕਦੇ ਹਾਂ ਨਾ, ਤੇ ਅਖੀਰਲੇ ਪੜਾਅ ਦੇ ਉੱਤੇ ਜਦੋਂ ਦੁੱਖ ਪਹੁੰਚ ਜਾਂਦਾ, ਫਿਰ ਸਾਰੇ ਛੱਡ ਜਾਂਦੇ ਨੇ। ਸੱਜਣ ਮਿੱਤਰ ਵੀ ਸਹਾਇਤਾ ਨਹੀਂ। ਅੱਜ ਤੁਹਾਡੇ ਕੋਲ 4 ਦੰਬੜੇ ਨੇ ਨਾ, ਸਾਰਿਆਂ ਨੇ ਆਣਾ ਢੁੱਕ ਢੁੱਕ ਬਹਿਣਾ ਕਿ ਭਾਈ ਫਲਾਣੇ ਕੋਲ ਬੜੇ ਧਨ ਨਾਲ ਮੇਰਾ ਰਿਸ਼ਤੇਦਾਰ ਆ, ਕਿਤੇ ਔਖੇ ਵੇਲੇ ਕੰਮ ਆਊਗਾ। ਸਾਡੀ ਅਵਸਥਾ ਇਹ ਬਣ ਗਈ ਆ, ਅਸੀਂ ਕੇਵਲ ਕਿਸੇ ਦੇ ਨਾਲ ਜੁੜੇ ਹੋਏ ਹਾਂ ਧਨ ਕਰਕੇ। ਜੇ ਕਿਸੇ ਕੋਲ ਧਨ ਨਹੀਂ ਨਾ, ਜੇ ਕਿਸੇ ਕੋਲੋਂ ਧਨ ਨਹੀਂ, ਤੇ ਫਿਰ ਸਾਡਾ ਹਾਲਾਤ ਕੀ ਹੋ ਜਾਂਦੇ ਨੇ? ਅਸੀਂ ਉਹਨਾਂ ਨੂੰ ਛੱਡ ਦਿੰਦੇ ਹਾਂ ਕਿ ਭਾਈ ਇਹਨਾਂ ਕੋਲ ਕੀ ਮਿਲਣਾ, ਕੀ ਜਾ ਕੇ ਲੈਣਾ, ਇਹਨਾਂ ਦੇ ਕੋਲ ਗਿਆ ਤੇ ਖਰਚਾ ਹੀ ਖਰਚਾ। ਪਰ ਜੇ ਕਿਤੇ ਇਹ ਸਮਝ ਆ ਜਾਵੇ ਕਿ ਭਾਈ ਅਸਲ ਵਿੱਚ ਮਦਦਗਾਰ ਪਰਮਾਤਮਾ ਹੈ, ਇੱਥੇ ਉੱਚਾ ਤੇ ਨੀਵਾਂ, ਅਮੀਰ ਤੇ ਗਰੀਬ ਸਭ ਉਹਦੇ ਪੈਦਾ ਕੀਤੇ ਹੋਏ ਜੀਵ ਨੇ। ਇੱਥੇ ਕਿਸੇ ਨੇ ਕਿਸੇ ਦੀ ਮਦਦ ਥੋੜ੍ਹੀ ਕਰਨੀ ਹੈ। ਮਦਦ ਤੇ ਉਹ ਪਰਵਤਗਾਰ ਆਪ ਕਰਦਾ, ਜ਼ਰੀਆ ਕੋਈ ਹੋ ਸਕਦਾ। ਐਵੇਂ ਸਾਡੇ ਮਨਾਂ ਦੇ ਵਹਿਮ ਆ। ਕਈ ਵਾਰ ਅਸੀਂ ਕਿਸੇ ਆਪਣੇ ਅੱਤ ਦੇ ਗਰੀਬ ਰਿਸ਼ਤੇਦਾਰ ਨੂੰ, ਲੋੜਵੰਦ ਨੂੰ ਕਿਤੇ ਧਨ ਦੇ ਆਈਏ ਨਾ, ਫਿਰ ਅਸੀਂ ਫੁੱਲੇ ਨਹੀਂ ਸਮਾਉਂਦੇ, ਅਸੀਂ ਫਲਾਣੇ ਦੇ ਸਮੇਂ ਦੇ ਵੇਲੇ ਕੰਮ ਆਏ ਹਾਂ, ਔਖੇ ਵੇਲੇ ਸੁਣਾਉਂਦੇ ਹਾਂ, ਅਸੀਂ ਜ਼ਿਕਰ ਕਰਦੇ ਹਾਂ ਬਾਰ-ਬਾਰ। ਤੇ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ, ਇਹ ਸਾਡੀ ਸੰਸਾਰੀ ਬਿਰਤੀ ਹੈ। ਨਿਰੰਕਾਰੀ ਬਿਰਤੀ ਕੀ ਹੈ? ਨਿਰੰਕਾਰ ਨੇ ਜਿਹੜਾ ਮਨੁੱਖ ਭੇਜਿਆ ਨਾ, ਜਿਹੜਾ ਨਿਰੰਕਾਰ ਨੇ ਇਸ ਧਰਤੀ ਦੇ ਉੱਤੇ ਮਨੁੱਖ ਦੀ ਪੈਦਾਇਸ਼ ਕੀਤੀ ਹੈ, ਉਹਦੀ
ਇਹ ਬਿਰਤੀ ਨਹੀਂ ਹੈਗੀ। ਉਹਦੀ ਬਿਰਤੀ ਤੇ ਇਹ ਹੈ ਕਿ ਇਸ ਸੰਸਾਰ ਦੇ ਉੱਤੇ ਸਾਰੇ ਉਹਦੇ ਪੈਦਾ ਕੀਤੇ ਹੋਏ ਜੀਵ ਨੇ ਤੇ ਸਾਰੇ ਉਹਦੇ ਪੈਦਾ ਕੀਤੇ ਹੋਏ ਜੀਵਾਂ ਦੇ ਵਿੱਚ ਜਿਹੜੇ ਉਹਨੇ ਕਰਮ ਪਰੋ ਕੇ ਰੱਖੇ ਨੇ, ਉਹ ਕਰਮਾਂ ਦਾ ਭੋਗ ਰਹੇ ਨੇ। ਤੇ ਜਿੰਨਾ ਕੁ ਮੇਰੇ ਤੋਂ ਹੋ ਸਕਦਾ ਮੈਂ ਉਹ ਪਰਮਾਤਮਾ ਦੀ ਬਖਸ਼ਿਸ਼ ਦੇ ਰਾਹੀਂ ਜਿਹੜਾ ਵਾ ਇਹ ਦਾਨ, ਇਹ ਪੁੰਨ, ਇਹ ਧਰਮ ਜਿਹੜਾ ਕਮਾ ਰਿਹਾ, ਇਹ ਉਹਦੀ ਬਖਸ਼ਿਸ਼ ਦਾ ਕਰਕੇ ਆ। ਤੇ ਗੁਰੂ ਸਾਹਿਬ ਫਿਰ ਕੀ ਕਰਦੇ ਨੇ, ਉਸ ਫਿਰ ਮਨੁੱਖ ਨੂੰ ਹੋਰ ਪ੍ਰਫੁੱਲਿਤ ਕਰਦੇ ਨੇ, ਹੋਰ ਵਡੱਪਣ ਦਿੰਦੇ ਨੇ। ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਇਹ ਮਤ ਸੋਚੀ ਕਿ ਇਹ ਸੰਸਾਰੀ ਜੀਵ ਜੇ ਮੈਂ ਇਹਨਾਂ ਦੀ ਸਹਾਇਤਾ ਕਰ ਰਿਹਾ ਤੇ ਇਹ ਮੇਰਾ ਧਨ ਹੈ, ਤੇ ਜਾਂ ਜੇ ਕੋਈ ਮੇਰੀ ਮਦਦ ਕਰ ਸਕਦਾ ਮੈਂ ਇਹਨਾਂ ਦਾ ਆਸਰਾ ਤੱਕ ਲਵਾਂ ਤੇ ਸ਼ਾਇਦ ਇਹ ਮੇਰੀ ਮਦਦ ਕਰ ਦੇਣ। ਅਰਦਾਸ ਕਰ ਪ੍ਰਮਾਤਮਾ ਅੱਗੇ ਤੇ ਇਹ ਸਮਝ ਲੈ ਕਿ ਅਸਲ ਵਿੱਚ ਤੇਰਾ ਮਦਦਗਾਰ, ਤੇਰਾ ਸਹਾਇਕ ਜਿਹੜਾ ਉਹ ਪ੍ਰਮਾਤਮਾ ਦਾ ਨਾਮ ਹੈ, ਸੰਸਾਰ ਉੱਤੇ ਹੋਰ ਕੋਈ ਨਹੀਂ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਉਹ ਸੰਸਾਰ ਵਿੱਚ ਵੀ ਤੇ ਉਹ ਨਿਰੰਕਾਰ ਦੇ ਦਰ ਉੱਤੇ ਵੀ ਤੇਰੀ ਮਦਦ ਕਰਦਾ ਹੈ ਪ੍ਰਮਾਤਮਾ ਦਾ ਨਾਮ। ਪਰ ਇੱਕ ਗੱਲ ਸੁਚੇਤ ਹੋ ਕੇ ਕਈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਪਰਸੋਂ ਅਸੀਂ ਪਹਿਲਾ ਸ਼ਬਦ ਸੀ ਇਸ ਰਾਗ ਦਾ ਕਿ ਛਿਨ ਛਿਨ ਔਦ ਬਿਹਾਤ ਹੈ, ਤੇ ਅੱਜ ਗੁਰੂ ਸਾਹਿਬ ਨੇ ਕਿਹਾ ਕਿ ਅਵਸਰ ਬੀਤਿਓ ਜਾਤ ਹੈ। ਇਹ ਅਵਸਰ ਮਿਲਿਆ, ਜਿਹੜਾ ਮਨੁੱਖਾ ਜੀਵਨ ਦਾ ਅਵਸਰ ਮਿਲਿਆ ਨਾ ਸਾਨੂੰ ਧਰਤੀ ਦੇ ਉੱਤੇ ਬੰਦਗੀ ਕਰਨ ਦਾ, ਇਹ ਸਮਾਂ ਜਿਹੜਾ ਮਿਲਿਆ, ਗੁਰੂ ਸਾਹਿਬ ਕਹਿੰਦੇ ਨੇ ਉਹ ਸਮਾਂ ਤੇਰਾ ਬੀਤਦਾ ਜਾ ਰਿਹਾ। ਅਵਸਰ ਬੀਤਿਓ ਜਾਤ ਹੈ। ਤੇ ਫਿਰ ਨਾਲ ਇੱਕ ਗੱਲ ਕਹੀ, ਕਿਸੇ ਦੀ ਨਹੀਂ, ਕਹਿੰਦੇ ਕਹਿਓ ਮਾਨ ਲੈ ਮੇਰੋ। ਮੈਂ ਕਹਿੰਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਮੈਂ ਕਹਿੰਦਾ ਇਹ ਗੱਲ ਨੂੰ ਮੰਨ ਲੈ ਕਿ ਤੇਰੀ ਜਿਹੜੀ ਉਮਰ ਹੈ, ਜਿਹੜਾ ਤੈਨੂੰ ਸਮਾਂ ਮਿਲਿਆ, ਇਹ ਬੀਤਦਾ ਜਾ ਰਿਹਾ, ਇਹ ਇੱਕ ਦਿਨ ਖਤਮ ਹੋ ਜਾਣਾ ਈ। ਉਸ ਪ੍ਰਮਾਤਮਾ ਦੀ ਬੰਦਗੀ ਕਰ ਲੈ। ਮਤ ਇਹ ਸੋਚੇ ਕਿ ਕੱਲ੍ਹ ਨੂੰ ਜਪ ਲਵਾਂਗਾ। ਮਤ ਇਹ ਸੋਚੇ ਕਿ ਆ 2-4 ਦਿਨ ਮੈਂ ਕਾਰੋਬਾਰ ਕਰ ਲਵਾਂ ਫਿਰ ਜਪ ਲਵਾਂਗਾ। ਨਹੀਂ, ਤੂੰ ਗ੍ਰਸਤੀ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ, ਧਨ ਕਮਾਉਂਦਿਆਂ ਹੋਇਆਂ, ਗ੍ਰਸਤ ਨਿਭਾਉਂਦਿਆਂ ਹੋਇਆਂ ਪ੍ਰਮਾਤਮਾ ਨੂੰ ਅੱਠੇ ਪੈਰ ਚੇਤੇ ਰੱਖਣਾ ਕਿ ਮੇਰੇ ਕੋਲੋਂ ਕੋਈ ਉਹ ਕਰਮ ਨਾ ਹੋ ਜਾਵੇ ਜਿਹਦੇ ਨਾਲ ਮੇਰਾ ਗੁਰੂ, ਮੇਰਾ ਪ੍ਰਮਾਤਮਾ ਰੁੱਸ ਜਾਵੇ। ਯਾਦ ਆ ਗਿਆ, ਮੈਂ ਨਾ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੂੰ ਪੜ੍ਹ ਰਿਹਾ ਸੀ। ਬੜੇ ਕਮਾਲ ਦੀਆਂ ਉਹਨਾਂ ਨੇ ਗੁਰ ਇਤਿਹਾਸ ਦੇ ਅੰਦਰੋਂ ਜਿਹੜੇ ਗੁਰੂ ਦੇ ਸਿੱਖ ਹੋਏ ਨੇ ਜਾਂ ਗੁਰੂ ਦੇ ਨਾਲ ਜਿਨ੍ਹਾਂ ਦਾ ਵੀ ਮਿਲਾਪ ਹੋਇਆ ਨਾ, ਉਹਨਾਂ ਦਾ ਜ਼ਿਕਰ ਕੀਤਾ। ਉਹਨਾਂ ਵਿੱਚੋਂ ਬਹਾਦਰ ਸ਼ਾਹ ਜਦੋਂ ਨੰਦੇੜ ਦੀ ਧਰਤੀ ਨੂੰ ਗੁਰੂ ਪਾਤਸ਼ਾਹ ਜੀ ਜਾ ਰਹੇ ਆ ਨਾ, ਸੁਨੇਹਾ ਭੇਜਿਆ, ਪਾਤਸ਼ਾਹ ਮੈਂ ਦਰਸ਼ਨ ਕਰਨੇ ਨੇ। ਬੜੀ ਲੰਮੀ ਚੌੜੀ ਸਾਖੀ ਹੈ ਇਹਨਾਂ ਦੇ ਮਿਲਾਪ ਦੀ, ਪਰ ਉਹਨਾਂ ਵਿੱਚੋਂ ਜਦੋਂ ਮੈਂ ਟੂਕ ਮਾਤਰ, ਕਿਉਂਕਿ ਅੱਜ ਜਿਹੜਾ ਸ਼ਬਦ ਹੈ ਬੜੀ ਢੁੱਕਦੀ ਹੈ ਸਾਡੇ ਮਨਾਂ ਦੇ ਅੰਦਰ, ਜਿਹੜਾ ਨਾ ਉਹ ਸਭ ਕੁਝ ਧਨ ਹੋ ਗਿਆ, ਮਾਇਆ ਹੋ ਗਈ, ਤੇ ਮਾਇਆ ਦੀ ਜਿਹੜੀ ਚੌਪੜ ਖੇਲਦੇ ਪਏ ਆ। ਗੁਰੂ ਸਾਹਿਬ ਕਹਿੰਦੇ ਨੇ ਜਦੋਂ ਬਹਾਦਰ ਸ਼ਾਹ ਨੇ ਫਰਿਆਦ ਕੀਤੀ, ਗੁਰੂ ਸਾਹਿਬ ਨੇ ਮਿਲਾਪ ਕਰਨਾ ਸੀ ਆਪਸ ਵਿੱਚ, ਸਮਾਂ ਬਣਿਆ ਤੇ ਬਹਾਦਰ ਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ। ਨੰਦੇੜ ਦੀ ਧਰਤੀ ਨੂੰ ਜਾਂਦਿਆਂ ਹੋਇਆਂ ਰਸਤੇ ਵਿੱਚ ਗੁਰੂ ਅੱਗੇ ਬੜੀਆਂ ਸਗਾਤਾਂ ਭੇਟ ਕੀਤੀਆਂ। ਮੈਂ ਬੇਨਤੀ ਕਰਾਂ, ਬਹਾਦਰ ਸ਼ਾਹ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, ਬਹੁਤ ਜ਼ਿਆਦਾ ਬਖਸ਼ਿਸ਼ਾਂ ਕੀਤੀਆਂ। ਜਿਹੜਾ ਕਦੇ ਇਸ ਧਰਤੀ ਦੇ ਉੱਤੇ ਆਪਣੇ ਆਪ ਨੂੰ ਲੁਕਾਉਂਦਾ ਫਿਰਦਾ ਸੀ ਨਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਬਹਾਦਰ ਸ਼ਾਹ ਨੂੰ ਰਾਜਗੱਦੀ 'ਤੇ ਬਿਠਾ ਦਿੱਤਾ ਸੀ। ਕਿੱਡੀ ਵੱਡੀ ਬਖਸ਼ਿਸ਼ ਹੋਵੇਗੀ। ਜਿਹੜਾ ਕਦੇ ਲੁਕਦਾ ਸੀ ਕਿ ਮੈਨੂੰ ਕੋਈ ਮਾਰ ਨਾ ਦੇਵੇ, ਮੇਰੇ ਦੁਸ਼ਮਣ ਮੇਰੇ ਸਿਰ ਉੱਤੇ ਤਲਵਾਰ ਲੈ ਕੇ ਖੜ੍ਹੇ ਨੇ, ਪਤਾ ਨਹੀਂ ਕਦੋਂ ਆਣ ਕੇ ਉਹਨਾਂ ਨੇ ਮੇਰੇ 'ਤੇ ਹਮਲਾ ਕਰ ਦੇਣਾ, ਪਨਾਹ ਲੱਭਦਾ ਫਿਰਦਾ ਸੀ, ਤੇ ਮੇਰੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਰਾਜਗੱਦੀ 'ਤੇ ਬਿਠਾ ਦਿੱਤਾ ਸੀ। ਉਹ ਹੁਣ ਗੁਰੂ ਦਰਬਾਰ ਵਿੱਚ ਆਇਆ, ਸੁਗਾਤਾਂ ਭੇਟ ਕੀਤੀਆਂ। ਥੋੜ੍ਹਾ ਜਿਹਾ ਅਹੰਕਾਰ, ਜਦੋਂ ਰਾਜਗੱਦੀ 'ਤੇ ਮਨੁੱਖ ਬਹਿ ਜਾਂਦਾ ਨਾ, ਫਿਰ ਅਹੰਕਾਰ ਆਉਣਾ ਐਟੋਮੈਟਿਕ, ਇਹ ਜਿਹੜਾ ਨਾ ਮਨ ਦਾ ਸੁਭਾਅ ਆ। ਮੈਂ ਇੱਥੇ ਬੈਠਾ ਹੋਇਆ ਨਾ, ਤੇ ਕਈ ਵਾਰ ਮਨ ਦੇ ਵਿੱਚ ਬੜਾ ਅਹੰਕਾਰ ਆ ਜਾਂਦਾ ਕਿ ਮੇਰੇ ਤੋਂ ਵੱਡਾ ਕਥਾਵਾਚਕ ਕੋਈ ਨਹੀਂ। ਇਹ ਸੁਭਾਅ ਬਣਿਆ ਹੋਇਆ ਮਨ ਦਾ, ਪਰ ਇਹ ਜ਼ੀਰੋ ਹੈ, ਇਹ ਮਨਫੀ ਹੈ, ਇਹ
ਬਿਲਕੁਲ ਸਾਡੇ ਮਨਾਂ ਦੀਆਂ ਬਸ ਉਡਾਰੀਆਂ ਨੇ ਕਿ ਮੇਰੇ ਤੋਂ ਅੱਗੇ ਕੋਈ ਨਹੀਂ। ਬਹਾਦਰ ਸ਼ਾਹ ਦੇ ਮਨ ਵਿੱਚ ਆਇਆ ਕਿ ਮੈਂ ਗੁਰੂ ਅੱਗੇ ਭੇਟਾ ਜਿਹੜੀ ਉਹ ਰੱਖੀ ਹੈ। ਅਸੀਂ ਵੀ ਕਰਦੇ ਹਾਂ ਨਾ ਕਿ ਮੈਂ ਗੁਰੂ ਅੱਗੇ ਭੇਟਾ ਰੱਖੀ ਹੈ। ਜਦੋਂ ਬਹਾਦਰ ਸ਼ਾਹ ਦਾ ਮਿਲਾਪ ਹੋਇਆ ਨਾ, ਸਾਰੀਆਂ ਸਗਾਤਾਂ ਭੇਟ ਕਰਨ ਤੋਂ ਬਾਅਦ ਜਦੋਂ ਕੁਝ ਧਨ ਦੀਆਂ ਗੁਥਲੀਆਂ ਜਿਹੜੀਆਂ ਨੇ ਉਹ ਅੱਗੇ ਰੱਖੀਆਂ, ਜਦੋਂ ਧਨ ਅਰਪਣ ਕਰ ਦਿੱਤਾ, ਗੁਰੂ ਜਾਣੀ ਜਾਣ ਸਨ। ਉਹਨਾਂ ਨੇ ਆਖਿਆ, ਬਹਾਦਰ ਸ਼ਾਹ ਇਸ ਪੋਟਲੀ ਦੇ ਵਿੱਚੋਂ ਇੱਕ ਸਿੱਕਾ ਕੱਢ ਕੇ ਦੇ। ਸਿੱਕਾ ਰੱਖ ਦਿੱਤਾ। ਗੁਰੂ ਪਾਤਸ਼ਾਹ ਜੀ ਨੇ ਫਿਰ ਉਹਨੂੰ ਆਪਣੇ ਇੱਕ ਸਿੱਖ ਨੂੰ ਦਿੱਤਾ। ਕਹਿੰਦੇ ਇਹਨੂੰ ਵੇਚ ਕੇ ਆ। ਇਹ ਕਲਾ ਸੀ ਗੁਰੂ ਦੀ ਇੱਕ। ਕਹਿੰਦੇ ਇਹਦਾ ਮੁੱਲ ਪਵਾ ਕੇ ਆ। ਹੁਣ ਉਹ ਗੁਰੂ ਦਾ ਪਿਆਰਾ ਸਿੱਖ ਕਿ ਇਹਨੇ ਅਹਿਲਕਾਰ ਵੀ ਲਿਖਿਆ ਕਿ ਬਹਾਦਰ ਸ਼ਾਹ ਦਾ ਅਹਿਲਕਾਰ ਥਾਂ ਥਾਂ 'ਤੇ ਜਾਂਦਾ ਬਾਜ਼ਾਰ ਦੇ ਵਿੱਚ ਉਸ ਸਿੱਕੇ ਦਾ ਮੁੱਲ ਪਾਉਣ ਵਾਸਤੇ। ਜਦੋਂ ਜਾਂਦਾ ਏ ਤੇ ਉਹਦਾ ਮੁੱਲ ਕੋਈ ਨਹੀਂ ਪਾਉਂਦਾ, ਉਹਨੂੰ ਮੋੜ ਦਿੰਦਾ। ਕਹਿੰਦੇ ਵੀ ਇਹਦਾ ਮੁੱਲ ਕੋਈ ਨਹੀਂ। ਬੜਾ ਉਹਨੇ ਸਮਝਾਇਆ ਕਿ ਵੇਖੋ ਜੀ, ਇਹ ਬਹਾਦਰ ਸ਼ਾਹ ਦਾ ਰਾਜ ਹੈ, ਉਹਦੇ ਰਾਜ ਦੇ ਉੱਤੇ ਮੋਹਰ ਲੱਗੀ ਹੈ, ਤੁਸੀਂ ਕਿਉਂ ਨਹੀਂ ਲੈਂਦੇ? ਕਹਿੰਦੇ ਵੀ ਨਹੀਂ। ਬੜੀਆਂ ਲੰਮੀਆਂ ਚੌੜੀਆਂ ਵਾਰਤਾਂ ਹੋਈਆਂ। ਜਦੋਂ ਪਾਤਸ਼ਾਹ ਜੀ ਦੇ ਕੋਲ ਵਾਪਸ ਆਏ, ਬਹਾਦਰ ਸ਼ਾਹ ਕੋਲ ਬੈਠਾ ਏ, ਆਣ ਕੇ ਉਸ ਆਦਮੀ ਨੇ ਆਖਿਆ ਕਿ ਪਾਤਸ਼ਾਹ ਇਹ ਸਿੱਕਾ ਨਹੀਂ ਚੱਲਿਆ। ਬਹਾਦਰ ਸ਼ਾਹ ਬੜਾ ਹੈਰਾਨ ਹੋਇਆ ਕਿ ਮੇਰੇ ਰਾਜ ਵਿੱਚ ਮੇਰਾ ਹੀ ਸਿੱਕਾ ਨਹੀਂ ਚੱਲਿਆ। ਮਨ ਅੰਦਰ ਜਦੋਂ ਅਹੰਕਾਰ ਹੁੰਦਾ, ਗੁਰੂ ਕਿੱਦਾਂ ਨਿਵਰਤ ਕਰਦਾ। ਗੁਰੂ ਸਾਹਿਬ ਕਹਿੰਦੇ ਨੇ, ਬਹਾਦਰ ਸ਼ਾਹ ਇਹ ਸਿੱਕਾ ਕਿਉਂ ਨਹੀਂ ਚੱਲਿਆ, ਤੈਨੂੰ ਪਤਾ? ਕਹਿੰਦੇ ਨਹੀਂ ਪਾਤਸ਼ਾਹ, ਪਰ ਇਹ ਮੇਰਾ ਹੀ ਸਿੱਕਾ ਮੇਰੇ ਰਾਜ ਵਿੱਚ ਕਿਉਂ ਨਹੀਂ ਚੱਲਿਆ? ਇਹ ਕੀ ਇਹਦਾ ਕੋਈ ਕਾਰਨ ਹੋ ਸਕਦਾ? ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਦੱਸ ਭਾਈ ਕਿਉਂ ਨਹੀਂ ਚੱਲਿਆ? ਕਹਿੰਦੇ ਇਹ ਖੋਟਾ ਹੈ, ਇਹਦੀ ਧਾਤ ਖੋਟੀ ਹੈ। ਇਹਦੀ ਜਿਹੜੀ ਧਾਤ ਹੈ ਨਾ, ਇਹ ਖੋਟੀ ਹੈ। ਕਹਿੰਦੇ ਬਹਾਦਰ ਸ਼ਾਹ, ਤੂੰ ਹਜ਼ਾਰਾਂ ਹੀ ਖੋਟੀਆਂ ਧਾਤਾਂ ਦੇ ਉੱਤੇ ਆਪਣੇ ਜਿਹੜਾ ਮੋਹਰ ਆ ਨਾ, ਜਿਹੜੀ ਮੋਹਰ ਹੈ ਉਹ ਲਾਈ ਜਾਵੇਂਗਾ, ਇਹ ਕਿਸੇ ਕੰਮ ਨਹੀਂ। ਇਹ ਕੰਮ ਦੀ ਉਦੋਂ ਹੈ ਜਦੋਂ ਇਹਦੇ ਜਿਸ ਕਾਗਜ਼ ਦੇ ਉੱਤੇ, ਜਿਸ ਧਾਤ ਦੇ ਉੱਤੇ ਤੂੰ ਮੋਹਰ ਲਾਉਣ ਲੱਗਾ, ਉਹ ਸ਼ੁੱਧ ਹੋਵੇ, ਉਹਦਾ ਮੁੱਲ ਹੋਵੇ, ਤੇ ਫਿਰ ਹੀ ਤੇਰੀ ਮੋਹਰ ਦਾ ਮੁੱਲ ਹੈ, ਨਹੀਂ ਤੇ ਤੇਰੀ ਮੋਹਰ ਵੀ ਬੇਕਾਰ ਆ। ਤੇ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋ ਗਿਆ ਸੀ। ਪਾਤਸ਼ਾਹ ਮੈਂ ਸਮਝ ਗਿਆ। ਕਹਿੰਦੇ ਨਹੀਂ, ਤੂੰ ਸਮਝਿਆ ਨਹੀਂ ਸੀ। ਤੇਰੇ ਮਨ ਦੇ ਅੰਦਰ ਅਹੰਕਾਰ ਆ ਗਿਆ ਸੀ ਕਿ ਮੈਂ ਗੁਰੂ ਦਾ ਪਿਆਰਾ ਸਿੱਖ ਹਾਂ, ਗੁਰੂ ਨੇ ਮੈਨੂੰ ਰਾਜ ਵੀ ਦਿਵਾ ਦਿੱਤਾ, ਮੈਂ ਰਾਜ ਭਾਗ ਦੇ ਉੱਤੇ ਹਾਂ, ਮੇਰੇ ਵਰਗਾ ਸਿੱਖ ਕੋਈ ਨਹੀਂ, ਮੇਰੇ ਵਰਗਾ ਦਾਨੀ ਕੋਈ ਨਹੀਂ। ਤੂੰ ਅਹੰਕਾਰ ਨਾ ਕਰ। ਜਿਸ ਦਿਨ ਤੇਰੇ ਅੰਦਰੋਂ ਨਿਰੰਕਾਰ ਮਰ ਗਿਆ, ਨਿਰੰਕਾਰ ਚਲਾ ਗਿਆ, ਉਸ ਦਿਨ ਤੇਰੇ ਅੰਦਰੋਂ ਉਸ ਪਰਮਾਤਮਾ ਦੀ ਬਖਸ਼ਿਸ਼ ਕੀਤੀ ਹੋਈ ਦਾਤ, ਇਹ ਸਰੀਰ, ਇਹ ਨਰ ਵੀ ਮਰ ਗਿਆ। ਤੇ ਗੁਰੂ ਸਾਹਿਬ ਕਹਿੰਦੇ ਨੇ, ਜਦੋਂ ਤੇਰੇ ਅੰਦਰੋਂ ਨਰ ਪੂਰਾ ਮਰ ਜਾਵੇ, ਫਿਰ ਇਸ ਸੰਸਾਰ ਦੇ ਉੱਤੇ ਕਿਸੇ ਕੰਮ ਨਹੀਂ। ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ 10 ਕਾਜ ਸਵਾਰੇ। ਹੁਣ ਕਈਆਂ ਨੇ ਇਹ ਅਰਥ ਇਸ ਤਰ੍ਹਾਂ ਵੀ ਕੀਤੇ ਨੇ ਕਿ ਜਦੋਂ ਮਨੁੱਖ ਮਰਦਾ, ਉਹਦਾ ਜਿਹੜਾ ਤਨ ਵਾ ਉਹ ਵਿਕਦਾ ਨਹੀਂ, ਸਰੀਰ ਜਿਹੜਾ ਬੇਕਾਰ ਹੋ ਜਾਂਦਾ, ਲੋਕ ਉਹਨੂੰ ਅਗਨੀ ਭੇਟ ਕਰ ਦਿੰਦੇ ਨੇ, ਤੁਸੀਂ ਸੁਣਿਆ ਹੋਵੇਗਾ। ਅਤੇ ਜਦੋਂ ਪਸ਼ੂ ਮਰਦਾ, ਉਹਦਾ ਮੁੱਲ ਪੈਂਦਾ, ਉਹ ਹਜ਼ਾਰਾਂ 'ਚ ਵਿਕ ਜਾਂਦਾ। ਅੱਜ ਵੀ ਜਦੋਂ ਕੋਈ ਪਸ਼ੂ ਪੰਜਾਬ ਦੇ ਵਿੱਚ ਮਰਦਾ, ਅਤੇ ਉਹਨੂੰ ਬੁੱਚੜ ਜਿਹੜੇ ਨੂੰ ਲੈ ਕੇ ਜਾਂਦੇ ਨੇ, ਪੈਸੇ ਦੇ ਕੇ ਜਾਂਦੇ ਨੇ ਕਿ ਸਾਨੂੰ ਇਹ ਮੈਂ ਮਰ ਗਈ, ਸਾਨੂੰ ਦੇ ਦਿਓ, ਅਸੀਂ ਇਹਦਾ ਚੰਮ ਲਾ ਕੇ ਵੇਚਾਂਗੇ, ਇਹਦੀਆਂ ਹੱਡੀਆਂ ਵਿਕ ਜਾਣਗੀਆਂ, ਇਹਦਾ ਮਾਸ ਵੀ ਵਿਕ ਜਾਣਾ। ਪਰ ਨਹੀਂ, ਗੁਰੂ ਸਾਹਿਬ ਕਹਿੰਦੇ ਨੇ, ਜਦੋਂ ਮਨੁੱਖ ਦੇ ਅੰਦਰੋਂ ਨਰੂ ਮਰੇ, ਨਰ ਮਰ ਜਾਂਦਾ, ਕਿਉਂਕਿ ਪਰਮਾਤਮਾ ਨੇ ਕਿਹਨੂੰ ਭੇਜਿਆ? ਮਨੁੱਖ ਨੂੰ ਭੇਜਿਆ, ਨਰ ਨੂੰ। ਜਿਸ ਦਿਨ ਇਹਦੇ ਅੰਦਰੋਂ ਨਰ ਪੁਣਾ ਮਰ ਜਾਂਦਾ ਨਾ, ਮਨੁੱਖ ਪੁਣਾ ਮਰ ਜਾਂਦਾ, ਅਤੇ ਇਹਦੇ ਅੰਦਰ ਪਸ਼ੂ ਬਿਰਤੀ ਆ ਜਾਂਦੀ ਹੈ। ਇਹ ਪਸ਼ੂਆਂ ਦੀ ਜ਼ਿੰਦਗੀ ਜੀਣ ਲੱਗ ਪੈਂਦਾ। ਇਹ ਕਾਮੀ ਬਣ ਕੇ ਕਾਮ ਭੋਗਦਾ, ਬਲਾਤਕਾਰ ਕਰਦਾ। ਜਿਸ ਦਿਨ ਇਹ ਕ੍ਰੋਧ ਵਿੱਚ ਆਣ ਕੇ ਆਪਣੇ ਭਰਾਵਾਂ ਦਾ ਕਤਲ ਕਰ ਦਿੰਦਾ, ਅਹੰਕਾਰ ਵਿੱਚ ਆਣ ਕੇ ਆਪਣਿਆਂ ਨੂੰ ਠੱਗਦਾ, ਉਸ ਦਿਨ ਇਹਦੇ ਅੰਦਰੋਂ ਨਰਪੁਣਾ ਮਰ ਜਾਂਦਾ, ਅਤੇ ਇਹਦੇ ਅੰਦਰ ਆ ਜਾਂਦੀ ਪਸ਼ੂ ਬਿਰਤੀ। ਪਸ਼ੂ ਵੀ ਇਹੋ ਕੁਝ ਕਰਦੇ, ਆਪਣਿਆਂ ਨੂੰ ਢੁੱਡ ਮਾਰ ਕੇ ਅਤੇ ਖੁਰਲੀ ਦੇ ਵਿੱਚੋਂ ਪੱਠੇ ਖਾਣ ਲੱਗ ਜਾਂਦੇ ਨੇ। ਆਪਣੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਉਹ ਕਾਮ ਵਾਸ਼ਨਾ ਭੋਗਦੇ ਨੇ। ਪਸ਼ੂ ਨੂੰ ਇਸ ਚੀਜ਼ ਦਾ ਨਹੀਂ ਪਤਾ। ਅਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਦੋਂ ਤੇਰੇ ਅੰਦਰੋਂ
ਨਰ ਪੁਰਾ ਖਤਮ ਹੋ ਜਾਵੇ, ਨਰੂ ਮਰੈ ਨਰ ਕਾਮ ਨਾ ਆਵੇ। ਉਦੋਂ ਇਹ ਨਰ ਜਿਹੜਾ ਇਹ ਮਨੁੱਖ ਸਾਹਮਣੇ ਬੈਠਾ ਹੋਇਆ ਨਾ, ਇਹ ਜਿੰਨੇ ਸਰੀਰ ਨੇ, ਜਦੋਂ ਇਹਦੇ ਅੰਦਰੋਂ ਨਰੂ ਪੁਰਾ ਮਰ ਜਾਂਦਾ, ਨਰ ਮਰ ਜਾਂਦਾ, ਇਹ ਕਿਸੇ ਕੰਮ ਦਾ ਨਹੀਂ। ਜਦੋਂ ਇਹਦੇ ਅੰਦਰ ਪਸ਼ੂ ਮਰੈ, ਜਦੋਂ ਇਹਦੇ ਅੰਦਰੋਂ ਪਸ਼ੂ ਬਿਰਤੀ ਮਰ ਜਾਂਦੀ ਹੈ, ਫਿਰ ਇਹ 10 ਕਾਰਜ ਸਵਾਰਦਾ, ਫਿਰ ਇਹ ਭਲੇ ਦੇ ਕੰਮ ਕਰਦਾ, ਫਿਰ ਇਹ ਸਰਬੱਤ ਦਾ ਭਲਾ ਮੰਗਦਾ। ਇਹ ਗੁਰੂ ਜੀ ਨੇ ਉਪਦੇਸ਼ ਦਿੱਤਾ। हे ਬਹਾਦਰ ਸ਼ਾਹ, ਜਦੋਂ ਤੇਰੇ ਅੰਦਰੋਂ ਇਹ ਬਿਰਤੀ ਟੁੱਟ ਗਈ, ਤੇਰੇ ਅੰਦਰੋਂ ਅਹੰਕਾਰ ਦੀ ਬਦਬੂ ਪੈਦਾ ਹੋ ਗਈ ਨਾ, ਤੇ ਫਿਰ ਤੂੰ ਦਾਨ ਦਿੱਤਾ ਹੋਇਆ, ਜਿਹੜਾ ਦਾਨ ਆਪ ਸਾਹਮਣੇ ਰੱਖਿਆ ਹੋਇਆ, ਇਹਦੇ ਅੰਦਰੋਂ ਵੀ ਬੂ ਆਉਣ ਲੱਗ ਪਈ। ਇਹ ਕਿਸੇ ਕੰਮ ਨਹੀਂ। ਤੇਰੇ ਨਾਲ ਨਾਮ ਨੇ ਜਾਣਾ। ਜਦੋਂ ਤੂੰ ਸੱਚੇ ਮਨੋਂ ਅਰਦਾਸ ਕੀਤੀ ਸੀ ਬਹਾਦਰ ਸ਼ਾਹ ਕਿ ਪਾਤਸ਼ਾਹ ਮੇਰੀ ਰੱਖਿਆ ਕਰੋ, ਉਸ ਦਿਨ ਅਸੀਂ ਰੱਖਿਆ ਕੀਤੀ ਸੀ। ਅੱਜ ਤੇਰੇ ਅੰਦਰੋਂ ਅਹੰਕਾਰ ਦੀ ਬਦਬੂ ਆਉਣ ਲੱਗੀ ਤੇ ਬਹਾਦਰ ਸ਼ਾਹ ਨੇ ਮੱਥਾ ਟੇਕਿਆ ਸੀ। ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ, ਤੇਰਾ ਸਮਾਂ ਬਤੀਤ ਹੁੰਦਾ ਜਾ ਰਿਹਾ, ਤੇਰੇ ਅੰਦਰੋਂ ਵੀ ਅਹੰਕਾਰ ਦੀ, ਕ੍ਰੋਧ ਦੀ, ਕਾਮ ਦੀ ਵਾਸ਼ਨਾ ਆਉਣ ਲੱਗ ਪਈ, ਬੂ ਆਉਣ ਲੱਗ ਪਈ, ਬਦਬੂ ਛੱਡਣ ਲੱਗ ਪਿਆ। ਇਹਨੂੰ ਛੱਡ ਦੇ। ਇਹ ਮੇਰੀ ਗੱਲ ਮੰਨ ਲੈ ਕਿ ਤੇਰਾ ਸਮਾਂ ਬਤੀਤ ਹੁੰਦਾ ਜਾ ਰਿਹਾ। ਇਹ ਭੁੱਲ ਨਾ, ਇਹ ਇੱਕ ਸਵਾਸ ਪਤਾ ਨਹੀਂ ਕਦੋਂ ਤੂੰ ਡਿੱਗ ਪੈਣਾ। ਇਹ ਉਮਰ ਦਾ ਤਕਾਜ਼ਾ ਨਹੀਂ ਕਿ ਇੰਨੀ ਉਮਰ ਹੋਵੇਗੀ ਕਿ ਮਰਨਾ। ਅਸੀਂ ਸਾਰਿਆਂ ਨੇ ਰਲ ਕੇ ਬਣਾਇਆ ਕਿ 25 ਸਾਲ ਜਵਾਨੀ ਹੈ, ਅੱਗੇ 25 ਸਾਲ ਜਿਹੜੀ ਹੈ ਉਹ ਫਿਰ ਅੱਧ-ਖੜ ਜੀ ਉਮਰ ਆਉਣੀ ਆ, ਫਿਰ ਗਾਂ ਬੁਢੇਪਾ ਸ਼ੁਰੂ ਹੋਣਾ। 25 ਸਾਲਾਂ 'ਚ 100 ਸਾਲ ਜਿਹੜੀ ਅਸੀਂ ਬਣਾ ਲਈ ਕਿ ਇੰਨੇ ਸਾਲ ਬਤੀਤ ਕਰਾਂਗੇ, ਤੇ ਫਿਰ ਜਿਹੜੇ ਅਖੀਰਲੇ 25 'ਚ ਬੰਦਗੀ ਕਰਾਂਗੇ। ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਮਤ ਸੋਚ, ਪਤਾ ਨਹੀਂ ਕਦੋਂ ਮੌਤ ਆ ਜਾਣੀ ਹੈ। ਇਹ ਸਮਾਂ ਲੰਘਦਾ ਜਾ ਰਿਹਾ ਈ। ਹਰ ਜਸ ਨੂੰ ਗਾ, ਹਰ ਜਸ ਰੇ ਮਨਾ ਗਾਏ ਲੈ। ਹਰੀ ਦੇ ਜਸ ਨੂੰ ਗਾ, ਜਿਹੜਾ ਤੇਰਾ ਸੰਗੀ ਹੈ, ਜੋ ਸੰਗੀ ਹੈ ਤੇਰੋ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਰਹਾਉ ਵਾਲੇ ਬੰਦ ਤੋਂ ਅਗਲੇਰੀਆਂ ਪੰਕਤੀਆਂ ਅੰਦਰ ਬਖਸ਼ਿਸ਼ ਕਰਦੇ ਨੇ ਕਿ ਸੰਪਤ ਰਥ ਧਨ ਰਾਜ ਸਿਉ ਅਤ ਨੇਹ ਲਗਾਇਓ। ਕਹਿੰਦੇ ਜਿਹੜਾ ਤੂੰ ਸੰਪਤ, ਜਿਹੜੀ ਸੰਪਤੀ ਇਕੱਠੀ ਕੀਤੀ ਹੈ ਨਾ, ਜਿੰਨਾ ਕੁਝ ਤੂੰ ਬਣਾਇਆ, ਜਿਹੜੇ ਰੱਥ ਤੇਰੇ ਚੱਲਣ ਵਾਲੇ, ਭਾਵ ਤੇਰੇ ਕੋਲ ਮੋਟਰਸਾਈਕਲ, ਕਾਰਾਂ, ਇਹ ਰੱਥ ਹੀ ਹੈ ਨਾ। ਜਿਹੜਾ ਤੇਰੇ ਕੋਲ ਧਨ, ਮਾਇਆ, ਰਾਜ ਜਿਹੜਾ ਤੂੰ ਕਾਇਮ ਕੀਤਾ ਹੈ, ਭਾਵੇਂ ਉਹ ਛੋਟਾ ਹੀ ਹੋਵੇ। ਰਾਜ ਜ਼ਰੂਰੀ ਨਹੀਂ ਕਿ ਸਾਰੀ ਧਰਤੀ ਦਾ ਜਾਂ ਇੱਕ ਕਿਸੇ ਮਤਲਬ ਸੂਬੇ ਦਾ ਰਾਜ ਨਹੀਂ। ਜਿੰਨਾ ਕੁ ਤੂੰ ਆਪਣਾ ਨਾਮ ਬਣਾਇਆ ਹੋਇਆ, ਇਹਦੇ ਨਾਲ ਤੂੰ ਬਹੁਤ ਨੇਹ ਕੀਤਾ, ਤੇ ਨੇਹ ਕਰਕੇ ਫਿਰ ਤੂੰ ਰੱਬ ਨੂੰ ਭੁੱਲ ਜਾਂਦਾ। ਇਹ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਨੇ ਕਿ ਜਦੋਂ ਤੂੰ ਇਹਦੇ ਨਾਲ ਨੇਹ ਪਾ ਲਿਆ, ਮੁਹੱਬਤ ਕਰ ਲਈ, ਕਾਲ ਫਾਸ ਜਬ ਗੱਲ ਪਰੀ ਸਭ ਭਇਓ ਪਰਾਇਓ। ਜਦੋਂ ਤੇਰੇ ਉੱਤੇ ਮੌਤ ਨੇ ਫਾਹੀ ਪਾਈ ਨਾ, ਫਿਰ ਸਾਰੇ ਪਰਾਏ ਹੋ ਜਾਣੇ। ਤੇਰਾ ਕੋਈ ਸੰਗੀ ਸਾਥੀ ਨਹੀਂ ਹੋਣਾ। ਫਿਰ ਜਿਨ੍ਹਾਂ ਦੀ ਖਾਤਰ ਤੂੰ ਧੀਆਂ ਪੁੱਤਰਾਂ ਦੀ, ਮਾਪਿਆਂ ਦੀ, ਜਾਂ ਜਿਨ੍ਹਾਂ ਸੱਜਣਾ ਮਿੱਤਰਾਂ ਦੀ ਖਾਤਰ ਜਾ ਕੇ ਆਪਣਾ ਸਿਰ ਦਿੰਦਾ ਨਾ, ਉਹਨਾਂ ਪਾਸੇ ਹੋ ਕੇ ਖਲੋ ਜਾਣਾ ਕਿ ਹੁਣ ਤੇ ਕਾਲ ਆ ਗਿਆ, ਹੁਣ ਇਹਨੂੰ ਕੋਈ ਨਹੀਂ ਬਚਾ ਸਕਦਾ। ਉੱਥੇ ਜਿਹੜਾ ਹਰ ਜਸ, ਉੱਥੇ ਸੰਗੀ ਉਹੀ ਹੈ, ਪਰਮਾਤਮਾ ਦਾ ਨਾਮ। ਉੱਥੇ ਹੋਰ ਕਿਸੇ ਨੇ ਸੰਗ ਨਹੀਂ ਦੇਣਾ ਤੇਰਾ, ਕਿੰਨੇ ਤੇਰੇ ਨਾਲ ਨਿਭਣਾ ਨਹੀਂ। ਜਦੋਂ ਕਾਲ ਫਾਸ ਜਬ ਗੱਲ ਪਰੀ, ਮੌਤ ਦੀ ਫਾਹੀ ਤੇਰੇ ਗਲ ਵਿੱਚ ਜਦੋਂ ਪੈ ਗਈ, ਸਭ ਭਇਓ ਪਰਾਇਓ, ਸਾਰੇ ਪਰਾਏ ਹੋ ਜਾਣੇ ਨੇ। ਜਾਨ ਬੁੱਝ ਕੇ ਬਾਵਰੀ ਤੈ ਕਾਜ ਵਿਗਾਰਿਓ। ਤੂੰ ਜਾਣ ਬੁੱਝ ਕੇ ਇਹ ਸਮਾਂ ਜਿਹੜਾ ਵਾ ਇਹ ਵਿਗਾੜ ਲਿਆ। ਪਾਪ ਕਰਤ ਸੁਕਚਿਓ ਨਹੀਂ ਨਹਿ ਗਰਭ ਨਿਵਾਰਿਓ। ਨਾ ਹੀ ਤੇ ਤੂੰ ਪਾਪ ਕਰਨ ਲੱਗਿਆ, ਸੰਕੋਚ ਕਰਦਾ। ਪਾਪ ਬੜੇ ਪ੍ਰਕਾਰ ਦੇ ਨੇ, ਸਮਾਂ ਮਿਲੇਗਾ ਫਿਰ ਅਸੀਂ ਵਿਚਾਰ ਕਰਾਂਗੇ। ਬੜੇ ਪ੍ਰਕਾਰ ਦੇ ਪਾਪ ਨੇ। ਇਹ ਨਹੀਂ ਕਿ ਕਈ ਬੱਕਰਾ ਝਟਕਾ ਦਿੱਤਾ, ਮੁਰਗਾ ਵੜ ਦਿੱਤਾ ਤੇ ਇਹੀ ਪਾਪ ਆ। ਅੱਜ ਅਸੀਂ ਇਹੀ ਪਾਪ ਮੰਨਿਆ, ਬਾਕੀ ਸਾਰੇ ਪਾਪ ਅਸੀਂ ਛਿੱਕੇ ਟੰਗ ਦਿੱਤੇ। ਸਿੱਖ ਧਰਮ ਦੇ ਵਿੱਚ ਇੱਕੋ ਹੀ ਪਾਪ ਆ, ਜੇ ਕਿਸੇ ਨੇ ਬੱਕਰਾ ਝਟਕਾ ਦਿੱਤਾ, ਮੁਰਗੇ ਦੀ ਧੌਣ ਵੜ ਦਿੱਤੀ, ਇਹ ਸਭ ਤੋਂ ਵੱਡਾ ਪਾਪ ਹੀ ਹੈ। ਤੇ ਬਾਕੀ ਪਾਪ ਕਿੱਥੇ ਜਾਣੇ ਨੇ? ਜਿਹੜਾ ਤੂੰ ਅੱਖਾਂ ਦੇ ਨਾਲ ਕਰਦਾ ਹੈ, ਜਿਹੜਾ ਕੰਨਾਂ ਦੇ ਨਾਲ ਸੁਣ ਕੇ ਪਾਪ ਜਿਹੜਾ ਕਰਦਾ, ਇਹ ਪਾਪ ਕਿੱਥੇ ਜਾਣੇ ਨੇ? ਇਹ ਰਸ ਜਿਹੜੇ ਨੇ, ਜਿੰਨੇ ਬਾਕੀ ਰਸ ਨੇ, ਸਾਰੇ ਭੋਗਦਾ ਹੈ, ਉਹ ਪਾਪ ਨੇ, ਕਿਉਂਕਿ ਉਹ ਕਿਸੇ ਦੇ ਸਾਹਮਣੇ ਨਹੀਂ ਪੇਸ਼ ਹੋਏ। ਤੇ ਗੁਰੂ ਸਾਹਿਬ ਕਹਿੰਦੇ ਨੇ, ਨਾ ਤਾਂ ਤੂੰ ਪਾਪ ਕਰਨ ਲੱਗਿਆ ਸੰਕੋਚ ਕਰਦਾ ਹੈ, ਤੇ ਨਾ ਹੀ ਤੇਰੇ ਅੰਦਰੋਂ ਜਿਹੜਾ ਅਹੰਕਾਰ ਹੈ ਉਹ ਖਤਮ ਹੋਇਆ ਹੈ। ਜਿਹ ਬਿਦ ਗੁਰੂ ਉਪਦੇਸਿਆ
ਸੋ ਸੁਨ ਰੇ ਭਾਈ। ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਗੁਰੂ ਨੇ ਉਪਦੇਸ਼ ਦਿੱਤਾ ਨਾ, ਜਿਹ ਬਿਦ ਜਿਸ ਤਰ੍ਹਾਂ ਗੁਰੂ ਨੇ ਉਪਦੇਸ਼ ਦਿੱਤਾ, ਸੋ ਸੁਨ ਰੇ ਭਾਈ, ਹੇ ਭਾਈ ਉਹਨੂੰ ਸੁਣਨਾ ਕਰ। ਕੀ ਨਾਨਕ ਕਹਿਤ ਪੁਕਾਰ ਕੈ ਗਹੁ ਪ੍ਰਭ ਸ਼ਰਨ ਆਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨਾਨਕ ਪਦ ਵਰਤ ਕੇ ਆਖਦੇ ਨੇ ਗੁਰੂ ਦੀ ਸ਼ਰਨ ਵਿੱਚ ਆ ਜਾ। ਗਹੁ ਪ੍ਰਭ ਸ਼ਰਨ ਆਈ, ਪ੍ਰਭੂ ਦੀ ਸ਼ਰਨ ਦੇ ਵਿੱਚ ਆਣ ਕੇ ਆਪਾ ਭਾਵ ਸਮਰਪਣ ਕਰ ਦੇ, ਸਮਰਪਿਤ ਹੋ ਜਾ ਗੁਰੂ ਨੂੰ। ਆਪਣੇ ਮਨ ਦੇ ਸਾਰੇ ਜਿਹੜੇ ਵਲਵਲੇ ਨੇ ਗੁਰੂ ਦੇ ਅੱਗੇ ਰੱਖ ਦੇ। ਮੈਂ ਬੇਨਤੀ ਕਰਦਾ ਹੁੰਦਾ ਬੜੀ ਵਾਰ, ਜਦੋਂ ਵੀ ਕਿਤੇ ਸਮਾਂ ਬਣੇ ਤਾਂ ਮੈਂ ਇੱਕੋ ਬੇਨਤੀ ਕਰਦਾ। ਕਈ ਵਾਰ ਕਹਿੰਦੇ ਆ ਕਿ ਪਾਪ ਹੀ ਇਹਨੇ ਕੀਤੇ, ਕਿੱਦਾਂ ਨਿਵਾਰੀਏ। ਇੱਕ ਇੱਕ ਔਗਣ ਗੁਰੂ ਨੂੰ ਰੱਖ ਕੇ ਤੇ ਅਰਦਾਸ ਕਰ, ਪਾਤਸ਼ਾਹ ਅੱਜ ਮੈਂ ਔਗਣ ਆਹ ਤੈਨੂੰ ਦਿੱਤਾ, ਇੱਕ ਗੁਣ ਦੇ ਦੇ। ਅਤੇ ਜਿਸ ਦਿਨ ਤੂੰ ਆਪਣੇ ਅੰਦਰੋਂ ਇੱਕ ਔਗਣ ਛੱਡ ਕੇ ਤੇ ਦੂਜਾ ਗੁਣ ਲੈ ਕੇ ਜਾਵੇਂਗਾ ਨਾ, ਇੱਕ ਦਿਨ ਗੁਣਾਂ ਦੀ ਗੁੱਥੜੀ ਭਾਰੀ ਹੋ ਜਾਣੀ ਹੈ ਅਤੇ ਔਗਣ ਥੱਲੇ ਨੱਪੇ ਜਾਣੇ ਨੇ। ਜਿਹੜੇ ਔਗਣ ਨੇ ਨਾ ਉਹ ਥੱਲੇ ਨੱਪੇ ਜਾਣੇ ਨੇ। ਪਰ ਆ ਤੇ ਸਹੀ, ਕਹਿ ਤੇ ਸਹੀ ਸੱਚੇ ਪਾਤਸ਼ਾਹ ਮੈਨੂੰ ਸੌਣ ਦਾ ਬੜਾ ਝਾਸਾ, ਇਹ ਮੇਰੇ ਵਿੱਚ ਔਗਣ ਆ ਕਿ ਮੇਰੀ ਸਵੇਰੇ ਜਾਗ ਨਹੀਂ ਖੁੱਲ੍ਹਦੀ, ਇਹ ਇੱਥੇ ਗੁਰੂ ਦੀ ਝੋਲੀ ਵਿੱਚ ਰੱਖ ਦੇ। ਅਤੇ ਸੱਚੇ ਪਾਤਸ਼ਾਹ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਦੀ ਇਹ ਗੁਣ ਆ, ਇੱਕ ਇੱਕ ਕਰਕੇ ਲੈ ਜਾ। ਅਤੇ ਇੱਕ ਦਿਨ ਜਿਹੜੇ ਤੇਰੇ ਅੰਦਰ ਹਿਰਦੇ ਘਰ ਦੇ ਵਿੱਚ ਜਿਹੜੇ ਔਗਣ ਭਰੇ ਨੇ ਉਹ ਦੱਬੇ ਜਾਣਗੇ, ਨਿਕਲਦੇ ਜਾਣਗੇ ਅਤੇ ਗੁਣਾਂ ਦੀ ਜਿਹੜੀ ਗੁੰਥਲੀ ਭਾਰੀ ਹੋ ਜਾਵੇਗੀ। ਸੋ ਗੁਰੂ ਸਾਹਿਬ ਬਖਸ਼ਿਸ਼ ਕਰਨ, ਇਹ ਅਰਦਾਸ ਸਾਡੀ ਪ੍ਰਵਾਨ ਕਰਨ। ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ ਕਿ ਪਾਤਸ਼ਾਹ ਰਹਿਮਤ ਕਰਨੀ। ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਇਹ ਰੋਜ਼ ਸਵਈਆ ਪੜ੍ਹਿਆ ਕਰੋ। ਅਤੇ ਗੁਰੂ ਰਾਮਦਾਸ ਰਾਖੋ ਸ਼ਰਨਾਈ, ਆਪਣੀ ਸ਼ਰਨ ਵਿੱਚ ਰੱਖ ਲੈ। ਇਹ ਸਭ ਤੋਂ ਵੱਡੀ ਦਾਤ ਹੈ। ਗੁਰੂ ਸਾਹਿਬ ਰਹਿਮਤ ਕਰਨ ਸਾਨੂੰ ਇਹ ਸਮਝ ਆ ਜਾਵੇ ਕਿ ਸਾਡਾ ਸੰਗੀ ਜਿਹੜਾ ਹਰੀ ਦਾ ਨਾਮ ਹੈ, ਸਮਾਂ ਬਤੀਤ ਹੁੰਦਾ ਜਾ ਰਿਹਾ, ਲੰਘਦਾ ਜਾ ਰਿਹਾ, ਇਹ ਵਾਰ-ਵਾਰ ਨਹੀਂ ਮਿਲਣਾ। ਇਹ ਮਨੁੱਖਾ ਜਨਮ ਜਦੋਂ ਇੱਕ ਵਾਰੀ ਮਿਲ ਗਿਆ, ਇਸ ਤੋਂ ਬਾਅਦ ਨਹੀਂ ਮਿਲਣਾ। ਅਤੇ ਗੁਰੂ ਨੇ ਇਹ ਪੁਕਾਰ ਕੇ ਆਖਿਆ, ਉਪਦੇਸ਼ ਦਿੱਤਾ ਹੈ ਕਿ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ। ਜਦੋਂ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਵੇਂਗਾ, ਫਿਰ ਸਾਰੇ ਦੁੱਖ ਨਾਸ਼ ਹੋ ਜਾਣਗੇ, ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਸਾਹਿਬ ਰਹਿਮਤ ਕਰਨ ਸਾਡੇ ਉੱਤੇ। ਅਸੀਂ ਸਾਰੇ ਜੀਵ ਜਿਸ ਤਰ੍ਹਾਂ ਜੁੜ ਬੈਠੇ ਹਾਂ, ਸਾਡੀਆਂ ਮਨੋਬਿਰਤੀਆਂ ਵੀ ਗੁਰੂ ਦੇ ਚਰਨਾਂ ਵਿੱਚ ਜੁੜੀਆਂ ਰਹਿਣ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।